ਖੁਸ਼ੀ ਵੀ ਹੁੰਦੀ ਹੈ ਔਰ ਪ੍ਰਾਊਡ ਵੀ ਮੈਂ ਮਹਿਸੂਸ ਕਰਦਾ ਕਿ ਅਕਸਰ ਇਹ ਜਿਹੜੀਆਂ ਖਬਰਾਂ ਬ੍ਰੇਕਿੰਗ ਨਿਊਜ਼ ਹੁੰਦੀਆਂ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਅੱਜ ਦੀ ਮੈਂ ਤੁਹਾਨੂੰ ਬੜੀ ਵੱਡੀ ਔਰ ਬ੍ਰੇਕਿੰਗ ਨਿਊਜ਼ ਦੇਣ ਜਾ ਰਿਹਾ ਕਿ ਆਪਣੇ ਇੱਥੇ ਨਾਰਥ ਯਾਰਕ ਦੇ ਵਿੱਚ ਰਾਈਟ ਇਨ ਟੋਰਾਂਟੋ ਇੱਕ ਬੜਾ ਵੱਡਾ ਪਲਾਂਟ ਲੱਗਣ ਜਾ ਰਿਹਾ ਹੈ ਔਰ ਇਸ ਕੰਪਨੀ ਦਾ ਨਾਮ ਹੈ ਸਨੋਫੀ। ਇਹ ਫਾਰਮਾਸਿਊਟੀਕਲ ਕੰਪਨੀ ਹੈ ਔਰ ਇਹ ਸਨੋਫੀ ਨੇ ਸਾਡੀ ਫੈਡਰਲ ਗਵਰਨਮੈਂਟ ਦੇ ਨਾਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਤੇ ਮਿਊਨਿਸਪਲ ਗਵਰਨਮੈਂਟ ਦੇ ਨਾਲ ਮਿਲ ਕੇ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਲਾਂਚ ਅੱਜ ਕੀਤਾ ਹੈ। ਇੱਥੇ ਇਸ ਵੇਲੇ ਲਾਈਵ ਤੁਸੀਂ ਸੁਣ ਰਹੇ ਹੋ ਸਾਡੇ ਮਿਨਿਸਟਰ ਆਫ ਇਨੋਵੇਸ਼ਨ ਫ੍ਰੈਂਕੋਆ ਫਿਲਿਪ ਸ਼ੈਂਪੇਨ। ਇਹ ਵੈਸੇ ਕਿਸੇ ਵੇਲੇ ਜਿਹੜੀ ਮਿਨਿਸਟਰੀ ਹੈ ਇਹ ਨਵਦੀਪ ਬੈਂਸ ਹੋਰਾਂ ਕੋਲ ਹੁੰਦੀ ਸੀ। ਮਿਨਿਸਟਰ ਆਫ ਇਨੋਵੇਸ਼ਨ ਆਏ ਹੋਏ ਹੈ ਔਰ ਉਹਨਾਂ ਦੇ ਨਾਲ ਫੈਡਰਲ ਮਿਨਿਸਟਰ ਪੈਟੀ ਹੈਜਡੂ ਜਿਹੜੇ ਹੈ ਜੀ ਉਹ ਵੀ ਆਏ ਹੋਏ ਹੈ ਤੇ ਨਾਲ ਦੀ ਨਾਲ ਹੀ ਪ੍ਰੀਮੀਅਰ ਡਗ ਫੋਰਡ ਨੇ ਤੇ ਮੇਅਰ ਜੌਨ ਟੋਰੀ ਨੇ। ਇਹ ਸਾਰੇ ਲੋਕ ਇਸ ਵੇਲੇ ਨਾਰਥ ਯਾਰਕ 'ਚ ਇਕੱਠੇ ਹੋਏ ਹੈ। ਸਨੋਫੀ ਫਾਰਮਾਸਿਊਟੀਕਲ ਕੰਪਨੀ ਹੈ ਜਿਹੜੀ ਤਿਆਰ ਕਰਿਆ ਕਰੇਗੀ ਮਿਲੀਅਨਸ ਐਂਡ ਮਿਲੀਅਨਸ ਆਫ ਵੈਕਸੀਨ। ਅਗਲਾ ਅਗਰ ਕੋਈ ਪੈਂਡੈਮਿਕ ਆਇਆ, ਪਰਮਾਤਮਾ ਕਰੇ ਦੁਬਾਰਾ ਕਦੀ ਇਹੋ ਜਿਹਾ ਪੈਂਡੈਮਿਕ ਨਾ ਆਵੇ। ਕੈਨੇਡਾ ਨੇ ਬਹੁਤ ਕੁਝ ਸਿੱਖਿਆ ਹੈ ਇਸ ਪੈਂਡੈਮਿਕ ਦੇ ਦੌਰਾਨ। ਪਿਛੜ ਗਏ ਅਸੀਂ, ਸਭ ਕੁਝ ਅੱਛਾ ਕੀਤਾ ਲੇਕਿਨ ਵੈਕਸੀਨੇਸ਼ਨ 'ਚ ਅਸੀਂ ਪਿਛੜ ਗਏ ਕਿਉਂਕਿ ਅਸੀਂ ਦੂਜਿਆਂ ਦੇ ਉੱਤੇ ਡਿਪੈਂਡੈਂਟ ਹਾਂ। ਪਰ ਤੁਹਾਨੂੰ ਮੈਂ ਬੜੀ ਵੱਡੀ ਖਬਰ ਦੇ ਰਿਹਾ ਔਰ ਬ੍ਰੇਕਿੰਗ ਨਿਊਜ਼ ਦੇ ਰਿਹਾ ਕਿ 2027 'ਚ ਜਾ ਕੇ ਵੈਸੇ ਇਸ ਨੇ ਕੰਪਲੀਟ ਹੋਣਾ ਹੈ। ਤੋ ਇਹਦੇ ਲਈ ਇੰਨੀ ਕੁ ਜ਼ਿਆਦਾ ਡੋਜ਼ਸ ਇੱਥੇ ਬਣਿਆ ਕਰਨਗੀਆਂ ਇਸ ਪਲਾਂਟ ਦੇ ਵਿੱਚ। ਇਨਫਲੂਐਂਜ਼ਾ ਵੈਕਸੀਨ ਜਿਹੜੇ ਤਿਆਰ ਹੋਣਗੇ ਕਿਸੇ ਵੀ ਤਰ੍ਹਾਂ ਦੇ ਔਰ ਉਹ 6 ਮਹੀਨੇ ਦੇ ਵਿੱਚ ਇੰਨੇ ਕੁ ਜ਼ਿਆਦਾ ਉਹਦੇ ਵੈਕਸੀਨ ਜਿਹੜੇ ਹੈ ਡੋਜ਼ਸ ਤਿਆਰ ਹੋ ਜਾਣਗੀਆਂ ਕਿ ਸਾਰੇ ਮੁਲਕ ਨੂੰ ਅਸੀਂ ਵੈਕਸੀਨੇਟ ਕਰ ਸਕਦੇ ਹਾਂ। ਕਈ ਲੋਕਾਂ ਦਾ ਮੰਨਣਾ ਹੈ ਕਿ ਕਦੀ ਵੀ ਦੁਬਾਰਾ ਮੁੜ ਕੇ ਇਹ ਜਿਹੜੇ COVID-19 ਵਰਗੇ ਵਾਇਰਸ ਤੇ ਮੁੜ ਵਾਪਸ ਆ ਸਕਦੇ ਆ। ਮੁੜ ਕੇ ਇਹ ਜਿਹੇ ਹਾਲਾਤ ਪੈਦਾ ਹੋ ਸਕਦੇ ਆ। ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਇਹ ਵੈਸੇ ਗੱਲ ਕਿਸੇ ਵੇਲੇ ਬਿਲ ਗੇਟ ਨੇ ਵੀ ਕਹੀ ਸੀ। ਹੋਰ ਤੇ ਹੋਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ਬੜੇ ਲੋਕਾਂ ਨੇ ਪਹਿਲਾਂ ਵੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਕਦੀ ਵੀ ਧਰਤੀ ਉੱਤੇ ਇਹੋ ਜਿਹੇ ਪੈਂਡੈਮਿਕ ਆ ਸਕਦੇ ਆ। ਪਰ ਉਹਦੇ ਲਈ ਕੋਈ ਤਿਆਰ ਨਹੀਂ ਹੋਇਆ, ਕੋਈ ਮੁਲਕ ਉਹਦੇ ਲਈ ਤਿਆਰ ਨਹੀਂ ਹੋਇਆ। ਜਿਹੜੇ ਥੋੜੇ ਬਹੁਤੇ ਤਿਆਰ ਸੀ, ਤੁਸੀਂ ਰਿਜ਼ਲਟ ਦੇਖ ਰਹੇ ਹੋ। ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ, ਇਹਨਾਂ ਕੰਪਨੀਆਂ ਨੇ ਫਟਾਫਟ, ਉਹਨਾਂ ਮੁਲਕਾਂ ਨੇ ਫਟਾਫਟ, ਇੰਡੀਆ ਵੀ ਨਾਲ ਸ਼ਾਮਲ ਹੈ। ਪੂਨੇ ਦੇ ਵਿੱਚ ਜਿਹੜਾ ਸਿਰਮ ਇੰਸਟੀਚਿਊਟ ਹੈ ਜਿੱਥੇ ਇੰਨੀ ਫੈਸਿਲਿਟੀ ਸੀ, ਪਰ ਆਪਣੇ ਇਸ ਮੁਲਕ ਦੇ ਵਿੱਚ ਸਾਡੇ ਕੋਲ ਇਹੋ ਜਿਹਾ ਕੋਈ ਵੱਡਾ ਪਲਾਂਟ ਨਹੀਂ ਸੀ। ਪਰ ਅੱਜ ਟੋਰਾਂਟੋ ਦੇ ਵਿੱਚ ਜਿਹੜੀ ਇਸ ਵੇਲੇ ਲਾਈਵ ਇਹ ਗੱਲ ਚੱਲ ਰਹੀ ਹੈ, ਪ੍ਰੈਸ ਕਾਨਫਰੰਸ ਚੱਲ ਰਹੀ ਹੈ, ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ several $100 million ਲਗਾ ਕੇ ਫੈਡਰਲ ਸਰਕਾਰ ਤੇ ਨਾਲੇ ਪ੍ਰੋਵਿੰਸ਼ੀਅਲ ਸਰਕਾਰ ਨੇ ਵੈਸੇ 100 ਮਿਲੀਅਨ ਦਾ ਆਪਣੀ ਕਮਿਟਮੈਂਟ ਦਿੱਤੀ ਹੈ, ਲੇਕਿਨ ਬਹੁਤਾ ਪੈਸਾ ਫੈਡਰਲ ਸਰਕਾਰ ਦਾ ਲੱਗੇਗਾ। ਸਿਟੀ ਦੀ ਵੀ ਕੋਈ ਨਾ ਕੋਈ ਪਾਰਟਿਸਿਪੇਸ਼ਨ ਜ਼ਰੂਰ ਹੋਏਗੀ। ਇਹ ਬੜਾ ਵੱਡਾ ਇੱਕ ਮੈਨੂਫੈਕਚਰਿੰਗ ਪਲਾਂਟ ਜਿਹਦੀ ਇੰਨੀ ਕਪੈਸਿਟੀ ਹੈ ਕਿ 6 ਮਹੀਨੇ ਦੇ ਵਿੱਚ ਇੱਥੇ ਇੰਨੀਆਂ ਡੋਜ਼ਸ ਬਣ ਜਾਣਗੇ ਕਿ ਸਾਰੇ ਮੁਲਕ ਨੂੰ ਅਸੀਂ ਵੈਕਸੀਨੇਟ ਕਰ ਸਕਾਂਗੇ। 2027 'ਚ ਜਾ ਕੇ ਇਹ ਪ੍ਰੋਜੈਕਟ ਜਿਹੜਾ ਹੈ ਕੰਪਲੀਟ ਹੋਏਗਾ। ਜਿਹਦਾ ਮਤਲਬ ਕਮ ਸੇ ਕਮ ਅਜੇ 6 ਸਾਲ ਦਾ ਸਮਾਂ ਹੋਰ ਬਾਕੀ ਹੈ। ਪਰ ਦੇਰ ਆਏ ਦਰੁਸਤ ਆਏ, ਕੈਨੇਡਾ ਨੇ ਕਮ ਸੇ ਕਮ ਸਿੱਖ ਲਿਆ ਹੈ ਕਿ ਯੈਸ, ਸਾਨੂੰ ਵੀ ਆਪਣੇ ਪੱਧਰ ਦੇ ਉੱਤੇ ਇਹੋ ਜਿਹਾ ਪਲਾਂਟ ਲਗਾਉਣਾ ਚਾਹੀਦਾ ਹੈ। ਕੀ ਕਹਿ ਰਹੇ ਆ ਮੇਅਰ ਜੌਨ ਟੋਰੀ, ਉਹ ਵੀ ਸੁਣਦੇ ਹਾਂ। Minister Champagne, as well as to Minister Hajdu, who spoke to us virtually, and to Premier Ford. We all do work together at 99.99% of the time, and it shows because we get a lot done, especially during pandemic times, but other times as well. We have productive, constructive relationships with one another, notwithstanding some of the pressures that politics sometimes bring to bear. And the biggest word of thanks today should go to our friends from Sanofi, including Vincent, Jean-Pierre, Fabien, and Kate Winchester. It takes a team in business as well, and sometimes a partnership, oftentimes a partnership with governments, plural, to get things like this done. And they have certainly been excellent building on the great historic Canadian roots of this company. And that's what makes it a great day for Toronto. And I'm particularly proud to have two of my colleagues here today with me from the Toronto City Council, Deputy Mayor Michael Thompson, who is
the chair of the city's Economic Development Committee, and also Councillor James Pasternak, who represents this area, and they've both been very helpful and will continue to be helpful as we welcome this new investment in the City of Toronto. You know, COVID-19 has had many negative aspects to it, many tragic aspects to it, but it has also been something that has taught us a lot about ourselves and about our country and our city and our province. And it's taught us the importance of being prepared, perhaps like nothing else ever has, and the work that it takes to respond to emergencies, whether they be health-related or not. Today's announcement is a demonstration, an actual, tangible demonstration of the fact that we all collectively are learning the lessons of the pandemic and that we're working together to prepare for the future. By doing this, we're ensuring that Canada is ready to be leaders when it comes to biomanufacturing and vaccine development. We know that we have the history in this country, right here in this very company. We have the history, and elsewhere we have the companies and we have the smart people that can allow us to stand confidently on our own 2 feet going forward. This new facility, realized thanks to this incredible partnership between all of the governments and Sanofi, will dramatically increase Canada's domestic vaccine manufacturing capacity and future pandemic preparedness efforts. Torontonians and Canadians can know that their governments are working with companies like Sanofi to address the pressing long-term need for facilities like this, which will help us to meet our vaccine. ਜੌਨ ਟੋਰੀ ਇਸ ਵੇਲੇ ਐਡਰੈਸ ਕਰ ਰਹੇ ਪ੍ਰੈਸ ਕਾਨਫਰੰਸ ਨੂੰ ਔਰ ਉਹਨਾਂ ਨੇ ਪ੍ਰਾਊਡ ਮਹਿਸੂਸ ਕੀਤਾ ਹੈ ਕਿ ਦੇਰ ਆਏ ਦਰੁਸਤ ਆਏ। ਉਹਨਾਂ ਨੇ ਕਿਹਾ ਸਾਨੂੰ ਆਪਣੇ ਦੋਨਾਂ ਪੈਰਾਂ ਤੇ ਆਪ ਖੜੇ ਹੋਣਾ ਚਾਹੀਦਾ ਹੈ, ਨਾ ਕਿ ਮੁਹਤਾਜ ਹੋ ਜਾਈਏ ਦੂਜੇ ਮੁਲਕਾਂ ਦੇ ਵੈਕਸੀਨ ਵਾਸਤੇ। ਔਰ ਬੜਾ ਵੱਡਾ ਇਹ ਇੱਕ ਉਪਰਾਲਾ ਹੈ, ਸਾਰੀਆਂ ਸਰਕਾਰਾਂ ਨੇ ਮਿਲ ਕੇ ਇਹ ਇਨੀਸ਼ੀਏਟਿਵ ਲਿਆ ਕਿ ਕਿਉਂ ਨਾ ਹੋਵੇ ਇਹ ਜਿਹੜੀ ਸੈਨੋਫੀ ਕੰਪਨੀ ਹੈ ਫਾਰਮਾਸਿਊਟੀਕਲ, ਇਹਦੇ ਨਾਲ ਮਿਲ ਕੇ ਵੈਕਸੀਨ ਮੈਨੂਫੈਕਚਰਿੰਗ ਦਾ ਪਲਾਂਟ, ਬੜਾ ਵੱਡਾ ਪਲਾਂਟ ਟੋਰਾਂਟੋ ਦੇ ਵਿੱਚ ਲਗਾਇਆ ਜਾਵੇ, ਨਾਰਥ ਯਾਰਕ ਦੇ ਵਿੱਚ। ਤੋ ਇਹ ਪੈਂਡੈਮਿਕ ਤੇ ਅਸੀਂ ਝੱਲ ਲਿਆ ਕਿਸੇ ਨਾ ਕਿਸੇ ਤਰ੍ਹਾਂ। ਜੇ ਕੋਈ ਆਉਣ ਵਾਲੀ ਜਨਰੇਸ਼ਨ ਨੂੰ ਕਿਸੇ ਇਸ ਤਰ੍ਹਾਂ ਦਾ ਪੈਂਡੈਮਿਕ ਝੱਲਣਾ ਪਿਆ ਤੇ ਫਿਰ ਉਹਨਾਂ ਕੋਲ ਵੀ ਕੋਈ ਨਾ ਕੋਈ ਪ੍ਰੋਪਰ ਇੱਥੇ ਵਧੀਆ ਇੰਤਜ਼ਾਮ ਹੋਣਾ ਚਾਹੀਦਾ ਹੈ ਵੈਕਸੀਨ ਬਣਾਉਣ ਦਾ। ਅਸੀਂ ਪਿਛੜ ਗਏ ਹਾਂ, ਪਰ ਕੋਈ ਨਹੀਂ, ਅਸੀਂ ਲਰਨ ਜ਼ਰੂਰ ਕੀਤਾ ਹੈ। ਔਰ ਜੇ ਨੈਕਸਟ ਜਨਰੇਸ਼ਨ ਦੀ ਗੱਲ ਕਰੀਏ ਤੇ ਮੈਂ ਦੱਸ ਦੇਵਾਂ ਜੀ, ਇੱਕ ਬੜੀ ਹੋਰ ਅੱਛੀ ਖਬਰ ਹੈ ਕਿ ਫਾਈਜ਼ਰ ਦਾ ਕਹਿਣਾ ਹੈ ਕਿ ਜਿਹੜੇ ਉਹਨਾਂ ਦੇ ਵੈਕਸੀਨਸ ਹੈ ਉਹ ਬੱਚਿਆਂ ਵਾਸਤੇ ਵੀ ਇਫੈਕਟਿਵ ਹੈ। 12 ਤੋਂ 15 ਸਾਲ ਦੇ ਬੱਚਿਆਂ ਉੱਤੇ ਟਰਾਇਲ ਕੀਤੇ ਗਏ ਹੈ, 2260 ਬੱਚਿਆਂ ਉੱਤੇ ਜਿਹੜਾ ਟਰਾਇਲ ਹੋਇਆ ਹੈ। ਔਰ ਇਹ ਗੱਲ ਸਾਹਮਣੇ ਆਈ ਹੈ ਕਿ 100% ਇਹ ਜਿਹੜਾ ਵੈਕਸੀਨ ਹੈ ਇਹ ਬੱਚਿਆਂ ਦੇ ਉੱਤੇ ਸੇਫ ਹੈ। ਤਾਂ ਹਜੇ ਤੱਕ ਇਹ ਕਿਹਾ ਜਾ ਰਿਹਾ ਸੀਗਾ ਕਿ 16 ਸਾਲ ਤੋਂ ਜਾਂ 18 ਸਾਲ ਤੋਂ ਥੱਲੇ ਵੈਕਸੀਨ ਨਹੀਂ ਲਗਾਏ ਜਾਣਗੇ ਕਿਉਂਕਿ ਉਹਨਾਂ ਦਾ ਟਰਾਇਲ ਨਹੀਂ ਹੋਇਆ। ਪਰ ਫਾਈਜ਼ਰ ਨੇ ਇਹ ਗੱਲ ਐਲਾਨ ਕਰ ਦਿੱਤੀ ਹੈ ਕਿ ਯੈਸ, ਇਹ ਬਿਲਕੁਲ ਸੇਫ ਹੈ। ਹੁਣ ਇਹ ਮਾਮਲਾ ਜਾਏਗਾ FDA ਕੋਲ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆਫ US, ਤੇ ਇਸ ਤਰ੍ਹਾਂ ਹੀ ਯੂਰਪੀਅਨ ਰੈਗੂਲੇਟਰ ਦੇ ਕੋਲ ਵੀ ਜਾਏਗਾ ਇਹ ਵੈਕਸੀਨ ਔਰ ਇਹ ਟਰਾਇਲ ਦੀ ਸਾਰੀ ਰਿਪੋਰਟ ਡਾਟਾ ਸਾਰਾ, ਤੇ ਉਹ ਅਗਰ ਅਪਰੂਵ ਕਰ ਦੇਣਗੇ ਕਿ ਯੈਸ ਇਹ 12 ਤੋਂ 15 ਸਾਲ ਦੇ ਬੱਚਿਆਂ ਲਈ ਵੀ ਸੇਫ ਹੈ, ਤੇ ਫਿਰ ਇਹ ਬੱਚਿਆਂ ਨੂੰ ਵੀ ਇਹੀ ਜਿਹੜਾ ਵੈਕਸੀਨ ਹੈ ਉਹ ਲਗਾਇਆ ਜਾਏਗਾ। ਫਿਲਹਾਲ ਤੁਹਾਨੂੰ ਮੈਂ ਦੱਸ ਚੁੱਕਾ ਕਿ ਫਾਈਜ਼ਰ ਦੀ ਰਿਪੋਰਟ ਇਹ ਆ ਰਹੀ ਹੈ ਕਿ ਜਦੋਂ ਲਗਾਇਆ ਗਿਆ ਵੈਕਸੀਨ ਲੋਕਾਂ ਨੂੰ 2 ਵੀਕ ਬਾਅਦ ਦੇਖਿਆ ਗਿਆ 80% ਲੋਕਾਂ ਨੂੰ ਬਚਾਅ ਹੋ ਗਿਆ ਜਿਨ੍ਹਾਂ ਨੇ ਫਾਈਜ਼ਰ ਦੀ ਪਹਿਲੀ ਡੋਜ਼ ਲਗਾਈ ਸੀ। ਔਰ ਜਿਨ੍ਹਾਂ ਨੇ ਦੂਜੀ ਡੋਜ਼ ਲਗਾਈ ਹੋਈ ਸੀ, ਜਦੋਂ ਉਹਨਾਂ ਨੂੰ 2 ਵੀਕ ਬਾਅਦ ਟਰਾਇਲ ਤੇ ਪਾਇਆ ਗਿਆ 90% ਰਿਜ਼ਲਟ ਵਧੀਆ ਸੀ ਫਾਈਜ਼ਰ ਦਾ। ਇਸ ਤਰ੍ਹਾਂ ਹੀ ਮੋਡਰਨਾ ਦਾ ਵੀ। ਐਸਟਰਾਜ਼ੈਨੇਕਾ ਬਾਰੇ ਹਜੇ ਅਸੀਂ ਨਹੀਂ ਕਹਿ ਸਕਦੇ, ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ, ਲੇਕਿਨ ਯੈਸ ਇਹ ਦੋਨੋਂ ਹੀ ਵੈਕਸੀਨ ਬੜੇ ਕਾਰਗਰ ਸਾਬਤ ਹੋ ਰਹੇ ਹੈ ਲੋਕਾਂ ਨੂੰ ਬਚਾਉਣ ਦੇ ਵਾਸਤੇ। ਔਰ ਇਸੇ ਤਰ੍ਹਾਂ ਹੀ ਇੱਕ ਮੇਰੇ ਕੋਲ ਹੋਰ ਬੜੀ ਵੱਡੀ ਖਬਰ ਹੈ, ਚਾਈਨਾ ਦੇ ਵਿੱਚ ਜਿਹੜੀ ਟੀਮ ਗਈ ਸੀ WHO ਦੀ, ਉਹ ਵਾਪਸ ਤੇ ਆਈ ਹੈ, ਲੇਕਿਨ ਬਹੁਤੀ ਖੁਸ਼ ਨਜ਼ਰ ਨਹੀਂ ਆ ਰਹੀ ਉਹ ਟੀਮ, ਕਿਉਂਕਿ ਚਾਈਨਾ ਨੇ ਉਹਨਾਂ ਨੂੰ ਬਹੁਤਾ ਐਕਸੈਸ ਦਿੱਤਾ ਹੀ ਨਹੀਂ। ਔਰ ਹੁਣ ਆ ਕੇ WHO ਦੇ ਜਿਹੜੇ ਡਾਇਰੈਕਟਰ ਜਨਰਲ ਹੈ, ਜਿਨ੍ਹਾਂ ਤੇ ਹਮੇਸ਼ਾ ਇੱਕ ਦੋਸ਼ ਲੱਗਦਾ ਰਿਹਾ ਹੁਣ ਤੱਕ ਕਿ ਉਹ ਚਾਈਨਾ ਦਾ ਪੱਖ ਪੂਰਦੇ ਰਹੇ ਹੈ, ਪਹਿਲੀ ਵਾਰ ਉਹਨਾਂ ਨੇ ਚਾਈਨਾ ਦੇ ਖਿਲਾਫ ਕੁਝ ਮੂੰਹ ਖੋਲ੍ਹਿਆ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਟੀਮ ਗਈ ਸੀ ਉਸ ਨੂੰ ਐਕਸੈਸ ਨਹੀਂ ਦਿੱਤਾ ਗਿਆ, ਔਰ ਸਾਨੂੰ ਸ਼ੱਕ ਹੈ ਕਿ ਕਿਤੇ ਇਹ ਜਿਹੜਾ ਵਾਇਰਸ ਹੈ ਇਹ ਲੈਬ ਚੋਂ ਲੀਕ ਨਾ ਹੋਇਆ ਹੋਵੇ। ਹਾਲਾਂਕਿ ਕੋਈ ਸਬੂਤ ਨਹੀਂ ਮਿਲੇ, ਪਰ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਰੋਕਿਆ ਗਿਆ ਉੱਥੇ, ਜਿਸ ਤਰ੍ਹਾਂ ਇਹਨਾਂ ਨੂੰ ਐਕਸੈਸ ਨਹੀਂ ਦਿੱਤਾ ਗਿਆ, ਤਾਂ ਉਹਨਾਂ ਨੇ ਫਿਰ ਇਹ ਗੱਲ ਦੁਹਰਾਈ ਹੈ ਕਿ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਕਿ ਹੋ ਸਕਦਾ ਹੈ ਇਹ ਜਿਹੜਾ ਵਾਇਰਸ ਨਿਕਲਿਆ ਹੈ ਬਾਹਰ
ਕੋਵਿਡ-19 ਦਾ ਇਹ ਲੈਬ 'ਚੋਂ ਵੀ ਲੀਕ ਹੋ ਸਕਦਾ ਹੈ। ਪਹਿਲੀ ਵਾਰ ਏਡੀ ਵੱਡੀ ਜਿਹੜੀ ਗੱਲ ਉਹ WHO ਦੇ ਚੀਫ ਨੇ, ਮੁਖੀ ਨੇ ਪਹਿਲੀ ਵਾਰ ਕਹੀ ਹੈ। ਉਹਨਾਂ ਨੇ ਕਿਹਾ ਸਾਨੂੰ ਹੋਰ ਸਮਾਂ ਚਾਹੀਦਾ, ਹੋਰ ਐਕਸੈਸ ਚਾਹੀਦਾ ਇਸ ਗੱਲ ਨੂੰ ਇਨਵੈਸਟੀਗੇਟ ਕਰਨ ਦੇ ਲਈ। ਪਰ ਕੀ ਚਾਈਨਾ ਇਹ ਮੌਕਾ ਦੇਵੇਗਾ? ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੇ ਹਾਂ। ਹੁਣ ਜਦੋਂ ਟੀਮ ਗਈ ਹੈ, ਵਾਇਰਸ ਤੇ ਆਇਆ ਉੱਥੇ ਦਸੰਬਰ ਦੇ ਐਂਡ 'ਚ ਜਾਂ ਜਨਵਰੀ ਦੇ ਵਿੱਚ ਫੈਲਿਆ, ਤੇ ਟੀਮ ਹੁਣ ਗਈ ਹੈ ਉੱਥੇ ਪਿਛਲੇ ਮਹੀਨੇ ਚਾਈਨਾ। ਜਦ ਤੱਕ ਜਾਂਦਿਆਂ ਨੂੰ ਕਈ ਸਬੂਤ ਜਿਹੜੇ ਆ ਉਹ ਖੁਰਦ-ਬੁਰਦ ਹੋ ਚੁੱਕੇ ਸੀ। ਤਾਂ ਇਹਦਾ ਮਤਲਬ ਇਹ ਹੈ ਕਿ ਮੁੜ ਤੋਂ ਇਹ ਗੱਲ ਦੀ ਕੰਟਰੋਵਰਸੀ ਫਿਰ ਪੈਦਾ ਹੋ ਗਈ ਹੈ ਕਿ ਇਹ ਵਾਇਰਸ ਆਖਰਕਾਰ ਕੀ ਵੂਹਾਨ ਦੀ ਉਸ ਵੈਟ ਮਾਰਕੀਟ ਤੋਂ ਨਿਕਲਿਆ ਜਿੱਥੇ ਮੀਟ ਵਿਕਦਾ ਹੈ ਜਾਨਵਰਾਂ ਦਾ, ਉੱਥੋਂ ਸ਼ੁਰੂਆਤ ਹੋਈ, ਜਾਂ ਵਾਕਈ ਹੀ ਇਹ ਲੀਕ ਹੋਇਆ ਵਾਇਰਸ ਚਾਈਨਾ ਦੀ ਉਸ ਲੈਬ 'ਚੋਂ? ਇਹ ਗੱਲ ਮੁੜ ਤੋਂ ਇਹ ਪ੍ਰਸ਼ਨ ਫਿਰ WHO ਨੇ ਹੀ ਖੜਾ ਕਰ ਦਿੱਤਾ ਹੈ। ਤਾਂ ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਅਜੇ ਤੱਕ ਨਹੀਂ ਮਿਲ ਰਿਹਾ। 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਔਰ ਡੋਨਲਡ ਟਰੰਪ ਤੇ ਕਈ ਹੋਰ ਜਿਹੜੇ UK, ਆਸਟ੍ਰੇਲੀਆ, ਇਹ ਮੁਲਕ ਪਹਿਲਾਂ ਹੀ ਦੋਸ਼ ਲਾ ਰਹੇ ਹੈ ਕਿ ਇਹਦੇ ਪਿੱਛੇ ਸਾਜ਼ਿਸ਼ ਹੈ, ਹੋਏ ਨਾ ਹੋਏ ਇਹ ਵਾਇਰਸ ਲੀਕ ਹੋਇਆ ਹੋਏਗਾ ਉਸ ਲੈਬ 'ਚੋਂ। ਪਰ ਸਬੂਤ ਕਿਸੇ ਕੋਲ ਨਹੀਂ। ਇਹ ਟੀਮ ਵੀ ਜਿਹੜੀ ਗਈ ਸੀ ਸਬੂਤ ਇਕੱਠੇ ਕਰਨ, ਉਹ ਵੀ ਕੋਈ ਬਹੁਤੀ ਸੈਟਿਸਫੈਕਟਰੀ ਲੋਕਾਂ ਨੂੰ ਕੋਈ ਰਿਪਲਾਈ ਨਹੀਂ ਦੇ ਪਾ ਰਹੀ।